ਇੱਕ ਥੋੜ੍ਹਾ ਜਿਹਾ ਵੱਖਰੀ ਤਰ੍ਹਾਂ ਦਾ ਸਵਾਲ ਹੈ ਕਿ ਪੰਜਾਬ ਦੇ ਵਿੱਚ 84 ਵਾਪਰਿਆ ਹੈ ਨਾ। ਅੱਜ ਪੰਜਾਬ ਜਿਸ ਤਰ੍ਹਾਂ ਦਾ ਹੈਗਾ ਜਾਂ ਪੰਜਾਬ ਦਾ ਧਰਤੀ ਨਾਲ ਜਿਸ ਤਰ੍ਹਾਂ ਦਾ ਰਿਸ਼ਤਾ, ਉਹਦੀ ਉਸ ਘਟਨਾ ਦੀ ਕਿੰਨੀ ਕੁ ਦਖਲ ਅੰਦਾਜ਼ੀ ਹੈ? ਉਹ ਦੇਖੋ ਗੱਲ ਹੈ, ਮੈਂ ਤਾਂ ਹਮੇਸ਼ਾ ਕਹਿੰਦਾ ਹੁੰਦਾ ਵੀ 84 ਤੋਂ ਬਾਅਦ ਪੰਜਾਬ ਦੀ ਉਹ ਜਿਹੜੀ ਰੀੜ੍ਹ ਦੀ ਹੱਡੀ ਟੁੱਟ ਗਈ। ਉਹ ਕਿਉਂ ਵਾਪਰਿਆ, ਕਿਵੇਂ ਵਾਪਰਿਆ, ਦੇਖੋ ਉਹਦੇ ਬਾਰੇ ਬੜੀ ਚਰਚਾ ਹੋਈ ਹੈ। ਮੈਂ ਹੁਣ ਇੱਥੇ ਤਾਂ ਨਹੀਂ ਕਹਿਣਾ ਕੁਛ। ਸਮੱਸਿਆ ਪੰਜਾਬ ਦੀ ਦਿੱਕਤ ਇਹ ਹੋ ਗਈ ਕਿ ਪੰਜਾਬ ਕੋਲ ਇੱਕੋ ਹੀ ਚੀਜ਼ ਜਿਹੜੀ ਹੈ ਤਾਕਤਵਰ ਹੈਗੀ ਹੈ, ਪਰ ਉਹ ਆਪਣੇ ਆਪ 'ਚ ਸੈਲਫ ਸਫੀਸ਼ੀਐਂਟ ਨਹੀਂ ਹੈ। ਜਿਹੜੀ ਕਿ ਮੈਂ ਕਹਿੰਦਾ ਕਿ ਸਿੱਖ ਧਰਮ ਹੈ ਜਾਂ ਸਿੱਖ ਲਹਿਰ ਹੈ, ਉਹ ਆਪਣੇ ਆਪ 'ਚ ਸੈਲਫ ਸਫੀਸ਼ੀਐਂਟ ਨਹੀਂ ਹੈ। ਉਹ ਕਿਉਂ ਕਹਿੰਦੇ ਤੁਸੀਂ ਦੁਨੀਆ ਬਦਲ ਰਹੀ ਹੈ ਅਤੇ ਦੁਨੀਆ 'ਚ ਰਹਿ ਰਹੇ ਹੋ, ਅਤੇ ਦੁਨੀਆ ਇੱਕ ਖਾਸ ਤਰ੍ਹਾਂ ਦੀ ਮਟੀਰੀਅਲਿਟੀ ਹੈ ਨਾ। ਹਾਂਜੀ, ਅਤੇ ਜਦੋਂ ਉਹ ਬਦਲ ਰਹੀ ਹੈ, ਫਿਜ਼ੀਕੈਲਿਟੀ ਜੇ ਬਦਲ ਰਹੀ ਹੈ, ਅਤੇ ਉਹਦੀ ਮੈਟਾਫਿਜ਼ੀਕੈਲਿਟੀ ਵਿੱਚ ਵੀ ਤਾਂ ਫਰਕ ਪੈਂਦਾ ਹੈ ਨਾ। ਇਹ ਥੋੜ੍ਹਾ ਕਿ ਤੁਸੀਂ ਪੁਰਾਣੇ ਜ਼ਮਾਨੇ ਦੀਆਂ ਜਿਹੜੀ ਮੈਟਾਫਿਜ਼ਿਕਸ ਹੈ, ਉਹ ਨਵੇਂ ਜ਼ਮਾਨੇ ਦੀ ਫਿਜ਼ਿਕਸ ਜਿਹੜੀ ਹੈ ਅਤੇ ਉਹਦੇ 'ਤੇ ਥੋਪ ਦਿਓਗੇ। ਤੁਸੀਂ ਉਹਦੇ ਮੁਤਾਬਕ ਪੁਨਰ ਚਿੰਤਨ ਕਰ ਦਿਓ ਵੀ ਸਾਨੂੰ ਕਿੱਦਾਂ ਦੀ ਪੋਲੀਟਿਕਸ, ਸਿਆਸਤ, ਕਿੱਦਾਂ ਦੀ ਸਟ੍ਰੈਟਜੀ, ਜਿਹਨੂੰ ਕਹਿੰਦੇ ਰਣਨੀਤੀ ਅਪਣਾਉਣੀ ਚਾਹੀਦੀ ਹੈ। ਕਿਤੇ ਨਾ ਕਿਤੇ ਤੁਹਾਨੂੰ ਇਹ ਤਾਂ ਪਤਾ ਨਾ ਵੀ ਕਿਹੜੀਆਂ ਪ੍ਰਤੀਦਵੰਦੀ ਜਾਂ ਵਿਰੋਧੀ ਤਾਕਤਾਂ ਨੇ, ਅਤੇ ਤੁਸੀਂ ਫਿਰ ਆਪਣਾ ਆਪ ਨੂੰ ਵਿਚਾਰਨਾ ਨਾ ਵੀ ਅਸੀਂ ਕਿੰਨਾ ਕੁ ਸਾਡੇ ਕੋਲ ਤਾਕਤ ਹੈ, ਕਿੱਦਾਂ ਦੀ ਤਾਕਤ ਹੈ। ਅਸੀਂ ਆਪਸ 'ਚ ਨਹੀਂ ਲੜਨਾ, ਗਿਵ ਐਂਡ ਟੇਕ ਕਰਨਾ, ਹਾਂਜੀ, ਅਗਾਂਹ ਵਧਣਾ, ਪਿਛਾਂਹ ਵੀ ਹੋਣਾ। ਇਹ ਸਟ੍ਰੈਟਜੀ ਹੈ। ਇਹ ਸਟ੍ਰੈਟਜੀ ਵੈਸਟਰਨ ਬੰਦੇ ਕੋਲ ਜ਼ਿਆਦਾ ਹੈ, ਦੇਸੀ ਬੰਦੇ ਕੋਲ ਨਹੀਂ ਹੈ। ਹਾਂਜੀ, ਉਹ ਦੇਸੀ ਬੰਦਾ ਮੋਰਚਾ ਹੀ ਲਾ ਸਕਦਾ। ਮੋਰਚਾ ਦੋ ਤਰ੍ਹਾਂ ਦਾ ਹੁੰਦਾ, ਇੱਕ ਤਾਂ ਫਿਜ਼ੀਕਲ, ਪੰਜਾਬੀ ਬੰਦੇ ਕੋਲ ਫਿਜ਼ੀਕਲ ਮੋਰਚਾ ਹੈ। ਅਸਲੀ ਮੋਰਚਾ ਤਾਂ ਦਿਮਾਗੀ, how to move, how to react, what to concede and what not to concede, ਕਿੱਥੇ ਅੜੀ ਕਰਨੀ ਹੈ, ਕਿੱਥੇ ਨਹੀਂ ਕਰਨੀ। This is called politics. ਜਿਹੜਾ 84 ਦਾ ਮੋਰਚਾ ਸੀ, ਉਹ ਫਿਰ ਅਸੀਂ ਮਤਲਬ ਦਿਮਾਗੀ ਪੱਖੋਂ ਕਮਜ਼ੋਰ ਰਹੇ? ਨਹੀਂ, 84 ਦਾ ਨਹੀਂ ਮੋਰਚਾ, ਮੈਂ ਓਵਰਆਲ ਕਹਿ ਰਿਹਾ ਕਿ ਕਿਤੇ ਨਾ ਕਿਤੇ ਉਸ ਪ੍ਰਸੰਗ ਬਾਰੇ ਥੋੜ੍ਹਾ ਇੱਕ ਤਾਂ ਤੁਸੀਂ ਇਹ ਗੱਲ ਕਹੀ ਨਾ ਕਿ ਰੀੜ੍ਹ ਦੀ ਹੱਡੀ ਟੁੱਟ ਗਈ, ਹੋਰ ਉਹਦੇ ਕਾਰਨ ਪੰਜਾਬ ਨੂੰ ਕੀ ਨੁਕਸਾਨ ਹੋਏ? ਕੀ ਪੰਜਾਬ ਉਹ ਇਸ ਤਰ੍ਹਾਂ ਦੀ ਲੜਾਈ ਸੀ ਜਿਹਦੇ ਹਾਰਨ ਤੋਂ ਬਾਅਦ ਫਿਰ ਗੱਲ ਇਹ ਨਾ ਕਿ ਮੈਂ ਤੁਹਾਨੂੰ ਦੱਸਦਾ ਕਿ ਆਪਣੇ ਸਾਰੇ ਹਥਿਆਰ ਨਹੀਂ ਵਰਤਣੇ ਚਾਹੀਦੇ, ਅਤੇ ਦੂਜੇ ਨੂੰ ਵੀ ਪਤਾ ਲੱਗ ਜਾਂਦਾ ਨਾ। ਜੇ ਤੁਸੀਂ ਕਿਤੇ ਲੜਾਈ 'ਚ ਦੇ ਮੈਦਾਨ 'ਚੋਂ, ਲੜਾਈ ਦੇ ਮੈਦਾਨ ਦਾ ਮਤਲਬ ਵਿਰੋਧੀ ਪੁਆਇੰਟ ਆਫ ਵਿਊ ਹੈ ਨਾ, ਵੀ ਅਸੀਂ ਇੰਝ ਇਹ ਕਰਨਾ ਤਾਂ ਤੁਸੀਂ ਕਹਿੰਦੇ ਹੋ ਨਹੀਂ ਕਰਨਾ, ਅਤੇ ਉਹ ਬੜਾ ਕੁਛ ਸੋਚਣਾ ਵਿਚਾਰਨਾ ਪੈਂਦਾ ਨਾ। ਤਾਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਉਹਦੇ ਲਈ ਉਹਦਾ ਕਾਰਨ ਫਿਰ ਇਹੋ ਹੀ ਮੈਂ ਸੋਚਦਾ ਕਿ ਜਿਹੜੀ ਵਿਰੋਧੀ ਧਿਰ ਹੈ, ਜਿਹਦੇ ਨਾਲ ਪੰਜਾਬ ਨੂੰ ਨੁਕਸਾਨ ਬਹੁਤ ਹੋਇਆ ਹੈ, ਉਹਨੂੰ ਕਿਸ ਤਰ੍ਹਾਂ ਡੀਲ ਕਰਨਾ, ਹੈਂਡਲ ਕਰਨਾ। ਸ਼ਾਇਦ ਕੋਈ ਉਹਦੇ 'ਚ ਪ੍ਰੋਬਲਮ ਸੀ। ਉਹ ਤਾਂ ਹੁਣ ਇਹ ਚੀਜ਼ਾਂ ਤਾਂ ਹਰ ਚੀਜ਼ ਦਾ ਜਵਾਬ ਪੂਰੀ ਤਰ੍ਹਾਂ ਤਾਂ ਕਦੀ ਵੀ ਨਹੀਂ ਕਿਸੇ ਕੋਲ ਹੁੰਦਾ, ਜਾਂ ਠੀਕ ਵੀ ਨਹੀਂ ਹੁੰਦਾ ਨਾ। ਇੰਨਾ ਅਸੀਂ ਜੱਜਮੈਂਟ ਇੱਦਾਂ ਦੀ ਦੇ ਸਕਦੇ ਹੈ। ਅਸੀਂ ਤਾਂ ਹਲਕੇ ਜਿਹੇ ਤੁਹਾਨੂੰ ਸੰਕੇਤ ਹੀ ਦਿੱਤੇ ਜਾ ਸਕਦੇ ਆ ਨਾ। ਨਾਲੇ ਆਈ ਐਮ ਨਾਟ ਅ ਮਾਸਟਰ ਆਫ ਐਵਰੀ ਸੌਰਟ ਆਫ ਸਬਜੈਕਟ, ਅਤੇ ਨਾ ਹੀ ਜੇ ਹੈ ਵੀ ਹੈ ਅਤੇ ਉਹ ਤਾਂ ਐਵੇਂ ਸਿੰਪਲ ਜਿਹੀ ਓਪੀਨੀਅਨ ਹੀ ਹੁੰਦੀ ਬੰਦੇ ਦੀ। ਜਿਹੜਾ ਲੈਫਟ ਦਾ ਪੰਜਾਬ ਦੇ ਪ੍ਰਤੀ ਨਜ਼ਰੀਆ ਰਿਹਾ, ਪੰਜਾਬ ਦੇ ਸੰਘਰਸ਼ਾਂ ਨਾਲ ਰਿਹਾ, ਉਹ 'ਚ ਵੀ ਤੁਹਾਨੂੰ ਕੋਈ ਕਾਰਨ ਨਜ਼ਰ ਆਉਂਦੀ? ਬਿਲਕੁਲ ਆਉਂਦੀ ਹੈ ਹੀ ਬਹੁਤ ਵੱਡੀ। ਪੰਜਾਬ ਦੀ ਦਿੱਕਤ ਦੇ ਵਿੱਚ ਲੈਫਟ ਦਾ ਰੋਲ ਮਤਲਬ ਅਸਲੀ ਦਿੱਕਤ ਮੈਂ ਸੋਚਦਾ ਕਿ ਜਿਹੜੀ ਇਹਨਾਂ ਨੇ ਰੋਲ ਨਿਭਾਉਣਾ ਸੀ ਉਹ ਨਹੀਂ ਇਸ ਕਰਕੇ ਨਿਭਾਏ
ਕਿ ਪੰਜਾਬ ਦਾ ਲੈਫਟ ਜਿਹੜਾ ਪ੍ਰੋਪਰਲੀ ਲੈਫਟ ਨਹੀਂ ਹੈ। ਇਹ ਇੱਕ ਨਾ ਮਿਡਲ ਕਲਾਸ ਬੰਦੇ ਦੀਆਂ ਨੇਕ ਇਰਾਦੇ ਆ ਵੀ ਚਲੋ ਸਮਾਜ ਨੂੰ ਬਦਲਣਾ ਚਾਹੀਦਾ ਹੈ, ਸਮਾਜਵਾਦ ਹੋਣਾ ਚਾਹੀਦਾ, ਬਿਲਕੁਲ ਠੀਕ ਹੈ। ਯੰਗ ਬੰਦੇ ਆ ਜਾਂਦੇ ਆ ਇਹਦੇ ਵਿੱਚ, ਤਾਂ ਗੱਲ ਤਾਂ ਫਿਰ ਉਹ ਹੀ ਹੈ ਨਾ ਕਿ ਅਸੀਂ ਪੂਰੀ ਤਰ੍ਹਾਂ ਕਿਸੇ ਚੀਜ਼ ਨੂੰ ਸਮਝਦੇ ਨਹੀਂ, ਦੇਖਦੇ ਨਹੀਂ, ਫਿਰ ਦੇਖ ਕੇ ਉਹਨੂੰ ਪਰਖਦੇ ਨਹੀਂ, ਸਮਝਦੇ ਨਹੀਂ। ਤੇ ਚੇਤਨਾ ਦੇ ਪਸਾਰ ਵੀ ਤਾਂ ਇਹੋ ਹੀ ਹੁੰਦੇ ਆ ਨਾ, ਤੇ ਉਹ ਨਾ ਹੋਣ ਕਰਕੇ ਪੰਜਾਬ ਦੇ ਵਿੱਚ ਲੈਫਟ ਦਾ ਰੋਲ ਨਾ ਪੱਕੀ ਰਿਹਾ। ਲੈਫਟ ਦਾ ਮਤਲਬ ਕੀ ਹੈ? ਲੈਫਟ ਦੇਖੋ, ਪੈਰਿਸ ਦੇ ਵਿੱਚ ਦਰਿਆ ਹੈ, ਸੈਨ ਦਰਿਆ ਪਿੱਛੋਂ ਦੀ ਲੰਘਦਾ, ਤੇ ਉਹਦੇ ਇੱਕ ਸੱਜਾ ਪਾਸਾ ਸੀ, ਉੱਥੇ ਰਹਿੰਦੀ ਸੀ ਰੂਲਿੰਗ ਐਲੀਟ, ਤੇ ਜਿਹੜੇ ਉੱਥੋਂ ਦੀ ਅਸੈਂਬਲੀ ਸੀ ਉਹਦੇ 'ਚ ਵਿਰੋਧ ਕਰਨ ਵਾਲੇ ਉਹ ਖੱਬੇ ਪਾਸੇ ਰਹਿੰਦੇ ਸੀ, ਜਿਹੜੇ ਕਿ ਰੂਲਿੰਗ ਐਲੀਟ ਨਹੀਂ ਸੀ, ਤੇ ਉਹਨਾਂ ਦੀਆਂ ਸੁਵਿਧਾਵਾਂ ਵੀ ਇੰਨੀ ਸੀ। ਤੇ ਉਹ ਫਿਰ ਲੈਫਟ ਉੱਥੋਂ ਬਣਿਆ, ਲੈਫਟਿਜ਼ਮ। ਅੱਛਾ, ਇਹ ਹੈਗਾ ਕਿ ਬੇਸਿਕ ਚੀਜ਼ ਇਹ ਹੈ ਕਿ ਅਸੀਂ ਕਿਸੇ ਵੀ ਸਥਿਤੀ ਨੂੰ, ਜਾਂ ਲੈਫਟ ਵਾਲੇ ਵੀ ਪੂਰੀ ਤਰ੍ਹਾਂ ਸਮਝ ਕੇ ਉਹਦਾ ਮੰਥਨ ਨਹੀਂ ਕਰਦੇ। ਤੇ ਆਲਰੇਡੀ ਲੈਫਟ ਦੀ ਤਾਂ ਦਿੱਕਤ ਵੀ ਇਹੋ ਹੀ ਹੈ, ਪਾਰਟੀ ਪੋਲੀਟਿਕਸ ਦੇ ਵਿੱਚ ਹੀ ਹੁੰਦਾ ਹੀ ਹੈ, ਜੋ ਉੱਪਰੋਂ ਹਦਾਇਤ ਆ ਜਾਏ। ਤਾਂ ਇਸ ਕਰਕੇ ਇੱਕ ਜਿਹੜੀ ਇਹ ਗੱਲ ਆ ਕਿ ਜਦੋਂ ਪੰਜਾਬ ਕ੍ਰਾਈਸਿਸ ਦਾ ਪੀਰੀਅਡ ਸੀ, ਇਹਨਾਂ ਨੇ ਸੈਂਟਰ ਨਾਲ, ਇੰਡੀਆ ਦੇ ਸੈਂਟਰ ਨਾਲ ਅਲਾਈਨ ਕੀਤਾ, ਉਸ ਨਜ਼ਰ ਤੋਂ ਸਾਰੀ ਮੂਵਮੈਂਟ ਨੂੰ ਦੇਖਿਆ। ਕੀ ਇਹ ਗੱਲ ਠੀਕ ਹੈ? ਨਹੀਂ, ਉਹ ਮਾਨਸਿਕ ਤੌਰ 'ਤੇ ਨਾ ਜਿਹੜੇ ਲੈਫਟਿਸਟ ਨੇ, ਮਾਨਸਿਕ ਤੌਰ 'ਤੇ ਉਹ ਪੰਜਾਬ, ਮੈਂ ਸੋਚਦਾ ਨਾ ਮਾਨਸਿਕ ਤੌਰ 'ਤੇ ਨਾ ਬੌਧਿਕ ਤੌਰ 'ਤੇ ਸਮਝ ਨਹੀਂ ਸਕੇ ਪੰਜਾਬ ਨੂੰ, ਬਿਲਕੁਲ ਨਹੀਂ ਸਮਝ ਸਕੇ। ਤੇ ਉਹ ਮੇਰੇ ਖਿਆਲ ਮਾਰਕਸਵਾਦ ਨੂੰ ਹੀ ਨਹੀਂ ਸਮਝਦੇ। ਦੇਖੋ, ਜਦੋਂ ਕੋਈ ਚੀਜ਼, ਦੋ ਚੀਜ਼ਾਂ ਹੁੰਦੀਆਂ, ਜਦੋਂ ਮਤਲਬ ਕੋਈ ਆਈਡੀਓਲੋਜੀ ਜਾਂ ਮਾਰਕਸਵਾਦ ਹੈ ਜਿਹੜਾ, ਉਹ ਜੋ ਧਾਰਨਾਵਾਂ ਨੇ ਉਹ ਜ਼ਰੂਰੀ ਨਹੀਂ ਹੈ ਅੰਤਮ ਸੱਚ ਹੋਵੇ। ਉਹ ਇੱਕ ਮਾਡਲ ਹੈ ਵਿਚਾਰਾਂ ਦਾ, ਤੇ ਕੋਈ ਵੀ ਮਾਡਲ ਟਾਈਮ ਐਂਡ ਸਪੇਸ ਨਾਲ ਰਿਲੇਟ ਕੀਤੇ ਬਗੈਰ ਨਹੀਂ ਕਾਰਗਰ ਹੁੰਦਾ। ਠੀਕ ਹੈ, ਠੀਕ ਹੈ ਨਾ। ਤੇ ਜੇ ਉਹ ਸੋਚਣ ਵੀ ਜਿਹੜਾ ਮਾਰਕਸਵਾਦ ਦਾ ਮਾਡਲ ਹੈ ਉਹਨੂੰ ਹੂ ਪੰਜਾਬ 'ਤੇ ਲਾਗੂ ਕਰੋ, ਉਸ ਨੂੰ ਧਿਆਨ 'ਚ ਰੱਖ ਕੇ ਉਹਨਾਂ ਨੇ ਪੰਜਾਬ ਨੂੰ ਸਮਝਿਆ, ਜਿਹੜਾ ਕਿ ਗਲਤ ਸੀ। ਜੇ ਉਹਨਾਂ ਨੂੰ ਧਿਆਨ 'ਚ ਰੱਖ ਕੇ ਉਹਨਾਂ ਨੇ ਧਰਮ ਨੂੰ ਸਮਝਿਆ, ਮੈਂ ਕਹਿੰਦਾ ਕਿ ਸਿੱਖੀ ਨੂੰ ਧਰਮ ਹੀ ਨਹੀਂ ਮੰਨਣਾ ਚਾਹੀਦਾ। ਅਰੇ ਸਿੱਖੀ ਇਤਿਹਾਸਿਕ ਰਪਚਰ ਵੀ ਹੈ, ਹਿਸਟੋਰੀਕਲ ਰਪਚਰ ਹੈ। ਸੋਚ ਦੇ ਵਿੱਚ ਕਿੰਨਾ ਕੁਛ ਆਪਣੇ ਆਪ 'ਚ ਗੁਰੂ ਨਾਨਕ ਦਾ ਫਲਸਫਾ ਸਾਂਭੀ ਬੈਠਾ ਹੈ, ਉਹਨੂੰ ਅਸੀਂ ਬਹੁਤਾ ਜ਼ਿਆਦਾ ਵਿਚਾਰਦੇ ਨਹੀਂ। ਤੇ ਜਿਹੜੀਆਂ ਬੇਸਿਕ ਚੀਜ਼ ਤਾਂ ਇਨਸਾਫ, ਤੇ ਮਾਰਕਸਵਾਦ ਕਹਿੰਦਾ ਇਨਸਾਫ, ਠੀਕ ਹੈ। ਹੁਣ ਜਿਹੜੀ ਚੀਜ਼ਾਂ ਬੰਦੇ ਦੇ ਅੰਦਰ ਰਮੀਆਂ ਹੋਈਆਂ, ਅੰਦਰ ਬਲੱਡ ਦਾ ਹਿੱਸਾ ਨੇ, ਤੁਸੀਂ ਉਹਦੇ ਖਿਲਾਫ ਬੋਲੀ ਜਾਓ। ਹਾਂਜੀ, ਉਹਦੇ ਨਾਲ ਕੋਈ ਇਟ ਡਜ਼ਨਟ ਮੇਕ ਸੈਂਸ। ਬਾਅਦ 'ਚ ਉਹਨਾਂ ਨੇ ਫਿਰ ਇਹ ਸੋਚਿਆ ਵੀ ਇਹ ਗਲਤ ਸੀ ਲਾਈਨ, ਹੁਣ ਖਿਲਾਫ। ਜੋ ਉਹਦੇ ਦੂਜੀ ਗੱਲ ਹੈਗੀ ਹੈ ਕਿ ਦੇਖਣਾ ਹੈ ਕਿ ਜਿਹੜੇ ਪੰਜਾਬ ਦੇ ਵਿੱਚ ਕਾਮਰੇਡ ਬਣਦੇ ਆ ਜਾਂ ਇਸ ਪਾਰਟੀ 'ਚ ਆਉਂਦੇ, ਉਹਨਾਂ ਦੀ ਕੀ ਬੈਕਗਰਾਊਂਡ, ਨੰਬਰ 1। ਦੂਜੀ, ਉਹਨਾਂ ਦੀ ਕੀ ਐਜੂਕੇਸ਼ਨ ਹੈ, ਉਹਨਾਂ ਕੋਲ ਐਥੀਕਲ ਡਿਸਿਪਲਿਨ ਕਿਹੋ ਜਿਹਾ ਹੈ। ਉਹ ਸੋਚਦੇ ਨੇ ਵੀ ਮਾਰਕਸਵਾਦ ਦੀ ਗੱਲ ਕੀਤੀ, ਤੁਹਾਨੂੰ ਕੋਈ ਨੈਤਿਕਤਾ ਜਿਹੜੀ ਹੁੰਦੀ ਹੈ ਇੱਕ ਖਾਸ ਤਰ੍ਹਾਂ ਦੀ, ਉਹਦੀ ਵੱਖਰੀ, ਸਮਾਜ ਬਦਲੇਗਾ ਤੇ ਨੈਤਿਕਤਾ ਵੀ ਉਹਦੇ ਜੇ ਸਮਾਜ 'ਚ ਵਿਗਾੜ ਹੈ, ਇਸ ਕਰਕੇ ਇਹ ਚੀਜ਼ਾਂ ਤਾਂ ਹੋਣੀਆਂ, ਇਹ ਨਹੀਂ ਗੱਲ ਹੁੰਦੀ।
ਠੀਕ ਹੈ। ਦੂਜੀ ਫਿਰ ਅਗਲੀ ਗੱਲ ਜਿਹੜੀ ਦਰਅਸਲ ਇਹ ਨਾ ਬੜੀ ਬਾਰੀਕੀ ਵਾਲੀ ਗੱਲ ਹੈਗੀ ਹੈ ਕਿ ਤੁਸੀਂ ਹਰ ਇੱਕ ਲੋਕਾਈ ਦਾ ਧਰਮ ਨਾਲ ਇੱਕੋ ਜਿਹਾ ਰਿਸ਼ਤਾ ਨਹੀਂ ਹੁੰਦਾ। ਪੋਲੈਂਡ ਦੇ ਵਿੱਚ ਕ੍ਰਿਸਚੀਅਨਿਟੀ ਨੂੰ ਬਹੁਤ ਐਕਸੈਪਟ ਕੀਤਾ ਗਿਆ। ਪੋਲੈਂਡ ਜਿਹੜਾ ਕਮਿਊਨਿਸਟ ਕੰਟਰੀ ਸੀ, ਠੀਕ ਹੈ। ਸਵਾਲ ਇਹ ਹੈਗਾ ਵੈ ਕਿ ਉੱਥੋਂ ਦਾ ਕ੍ਰਿਸਚੀਅਨਿਟੀ ਉਹ ਧਰਮ, ਮਤਲਬ ਉਹ ਧਰਮ ਵੀ ਹੈ। ਫਿਰ ਜਰਮਨੀ ਦੀ ਵੀ ਹੈਗਾ, ਫਿਰ ਅਮਰੀਕਾ ਕਹਿੰਦੇ ਨਹੀਂ ਇਨ ਗੋਡ ਵੀ ਟਰਸਟ, ਧਰਮ ਮੰਨਦੇ ਆ। ਮਤਲਬ ਇੱਕ ਖਾਸ ਹਰ ਚੀਜ਼ ਨੂੰ ਜੜ ਫਿਰ ਚਿੰਤਨ ਦੇ ਨਾਲ ਜੋੜ ਲੈਣਾ। ਟ੍ਰੈਜਡੀ ਉੱਥੇ ਵਾਪਰਦੀ ਹੈ। ਤੋ ਪੰਜਾਬ ਨਾਲ ਅਨਿਆਂ ਜਿੰਨਾ ਹੋਰ ਉਹਨਾਂ ਨੇ ਕੀਤਾ, ਉਹ ਮੈਨੂੰ ਲੱਗਦਾ ਕਿ ਆਪਣੇ ਇਗਨੋਰੈਂਸ ਕਰਕੇ, ਘੱਟ ਸਮਝ ਕਰਕੇ, ਜੜ ਸੋਚ ਕਰਕੇ, ਰੂੜੀਵਾਦੀ ਪਹੁੰਚ ਕਰਕੇ, ਜਾਂ ਆਪਣੀਆਂ ਆਪਣੀਆਂ ਜਿਹੜੀਆਂ ਥੋੜ੍ਹਾ ਟੁੱਟਾਂ ਨੂੰ ਕਰਕੇ ਤੁਸੀਂ ਪਾਰਟੀ 'ਚ ਆ ਜਾਂਦੇ ਹੋ, ਜੁੜ ਜਾਂਦੇ ਹੋ ਇੱਕ ਡੇਰੇ ਵਾਂਗ। ਸਿਰਫ ਪਾਰਟੀ ਦੇ ਵਿੱਚ ਇੱਕ ਗੱਲ ਜਿਹੜੀ ਉਹ ਡੇਰਾ ਮਾਨਸਿਕਤਾ ਵੀ ਹੁੰਦੀ ਹੈ, ਜੁੜ ਜਾਓ। ਜੇ ਹੁਣ ਧਰਮ ਦੇ ਵਿੱਚ ਲੋਕੀ ਜੁੜਦੇ ਆ ਨਾ, ਇੱਕ ਦੂਜੇ ਨਾਲ ਜੁੜਨ ਲਈ, ਸਾਂਝ ਪਾਉਣ ਲਈ ਸੰਗਤ ਦਾ ਕਨਸੈਪਟ ਹੈ। ਜੇ ਇੱਕ ਪਾਸੇ ਸੰਗਤ ਦਾ ਕਨਸੈਪਟ ਹੈ, ਦੂਜੇ ਪਾਸੇ ਫਿਰ ਉਹ ਹੌਲੀ ਹੌਲੀ ਉਹ ਚੀਜ਼ ਮੱਠ ਬਣ ਜਾਂਦੀ ਹੈ। ਮੱਠ ਉਦੋਂ ਬਣਦੀ ਹੈ ਜਦੋਂ ਚਿੰਤਨ ਨਾ ਹੋਵੇ, ਜਦੋਂ ਸ਼ਖਸ ਪਰਸਨੈਲਿਟੀ ਸੈਂਟਰਿਕ ਸਾਰੀ ਚੀਜ਼ ਹੋਵੇ, ਉਹ ਮੱਠ ਹੀ ਬਣ ਜਾਂਦਾ ਹੈ। ਉਹਦੇ ਵਿੱਚ ਕੋਈ ਤਬਦੀਲੀ ਆਉਣ ਦੀ ਚਾਂਸਿਸ ਨਾ ਹੋਣ, ਕਲਟ ਹੋ ਜਾਏ, ਫਾਇਦਾ ਨਹੀਂ। ਉਹ ਲਿਟਰੇਚਰ 'ਚ ਵੀ ਹੁੰਦਾ ਹੈ, ਹਰ ਜਗ੍ਹਾ ਕਲਟ ਹੁੰਦੀ। ਮੈਂ ਖਿਲਾਫ ਹੈ ਇਸ ਚੀਜ਼ ਦੇ। ਬੰਦਾ ਜਿਹੜਾ ਹਮੇਸ਼ਾ ਗਤੀ 'ਚ ਹੈ, ਜਿਵੇਂ ਧਰਤੀ ਆਪਣੇ ਆਪ 'ਚ ਵੀ ਘੁੰਮਦੀ ਤੁਰੇ 'ਚ, ਤੇ ਸਾਲ ਭਰ ਗੇੜਾ ਲਾਉਂਦੀ ਸੂਰਜ ਦਾ। ਤੁਸੀਂ ਹਰ ਮੂਮੈਂਟ ਦੀ ਗਤੀ 'ਚ ਉਹਨੂੰ ਪਛਾਣਦੇ ਨਹੀਂ, ਤਬਦੀਲੀ ਆਉਂਦੀ ਹੈ। ਤੁਸੀਂ ਇੱਥੇ ਨੌਕਰੀ ਕਰਦੇ ਹੋ, ਤੁਹਾਡਾ ਬੱਚਾ ਕਹਿੰਦਾ ਮੈਂ ਇੱਥੇ ਨੌਕਰੀ ਨਹੀਂ ਕਰਨੀ, ਤਬਦੀਲੀ ਆਈ। ਤੋ ਇੱਦਾਂ ਦੀ ਜਿਹੜੀ ਸਥਿਤੀ ਹੈ, ਇਸ ਨੂੰ ਵੀ ਉਹਨੇ ਥੀਸਿਸ, ਐਂਟੀਥੀਸਿਸ। ਫਿਰ ਉਸ ਤੋਂ ਬਾਅਦ ਹਰ ਸਥਿਤੀ ਨੇ ਇਕੁਇਲਿਬਰੀਅਮ 'ਚ ਆਉਣਾ ਹੁੰਦਾ ਹੈ, ਫਿਰ ਉਹ ਸਿੰਥੇਸਿਸ ਬਣ ਜਾਂਦਾ ਹੈ। ਪਰ ਉਹ ਫਿਰ ਆਪਣੇ ਆਪ ਦੇ 'ਚ ਹੈਗਾ, ਮੂਵਮੈਂਟ ਫੇਰ ਹੁੰਦੀ ਰਹਿੰਦੀ ਹੈ। ਤੋ ਜਦੋਂ ਇਹ ਸਾਰਾ ਕੁਛ ਮੈਨੂੰ ਲੱਗਦਾ ਹੈ ਕਿ ਸੂਝ, ਸਮਝ, ਵਿਵੇਕ ਦੀ ਘਾਟ ਹੈ। ਇਹ ਤਾਂ ਹੁੰਦੀ ਹੈ ਜਦੋਂ ਤੁਸੀਂ ਭਾਵੁਕਤਾ ਦਾ ਰਸਤਾ ਅਪਣਾਉਂਦੇ ਰਹੋ। ਗਿਆਨ ਦਾ ਰਸਤਾ ਵੀ ਅਪਣਾਉਣਾ ਚਾਹੀਦਾ। ਭਾਵੁਕਤਾ ਤਾਂ ਮਾਨਵਤਾ ਦਾ ਬੇਸ ਹੈ, ਪਰ ਗਿਆਨ ਉਹਨੂੰ ਗਤੀ 'ਚ ਰੱਖਦਾ। ਉਹਦੀ ਗਤੀ 'ਚ ਹੈ, ਉਹਦੇ 'ਚ ਜਿਹੜੀ ਊਰਜਾ ਹੈ, ਉਹਨੂੰ ਕਿਹੜੀ ਦਿਸ਼ਾ 'ਚ ਲਿਜਾਣਾ, ਉਹ ਚਿੰਤਨ ਨੂੰ ਕਿਹੜੀ ਦਿਸ਼ਾ 'ਚ ਲਿਜਾਣਾ, ਕੀ ਰੱਦ ਕਰਨਾ ਹੈ, ਕੀ ਸਵੀਕਾਰ ਕਰਨਾ ਹੈ। ਠੀਕ ਹੈ। ਇਹ ਕਿੱਥੋਂ ਆਏਗਾ? ਇਹ ਆਏਗਾ ਗਿਆਨ ਤੋਂ। ਤੇ ਗਿਆਨ ਜਿਹੜਾ ਸਾਡਾ, ਤੁਹਾਨੂੰ ਪਤਾ ਹੈ ਕਿੰਨਾ ਤਰੁੱਟੀਪੂਰਨ ਹੈ। ਅਸੀਂ MA ਕਰ ਲਈ, PhD ਕਰ ਲਈ, ਸਾਰਾ ਕੁਝ ਕਰ ਲਿਆ, ਫਿਰ ਵੀ ਤੁਹਾਡੇ ਅੰਦਰ ਗਿਆਨ, ਰੀਅਲ ਗਿਆਨ ਨਹੀਂ ਹੈ। ਉਹ ਤਾਂ ਕਿਤਾਬੀ ਹੈ ਨਾ। ਆਕਸਫੋਰਡ ਯੂਨੀਵਰਸਿਟੀ 'ਚ ਤੁਸੀਂ ਚਲੇ ਜਾਓ, ਵਿਦਿਆਰਥੀ ਤੁਹਾਨੂੰ ਹੋਰ ਤਰ੍ਹਾਂ ਮਿਲਣਗੇ। ਜਦੋਂ ਤੁਸੀਂ ਦਿੱਲੀ JNU 'ਚ ਚਲ ਜਾਓ, ਉੱਥੇ ਹੋਰ ਤਰ੍ਹਾਂ ਮਿਲਣਗੇ ਤੁਹਾਡੇ। ਮੈਂ ਪਟਿਆਲੇ ਜਾਣਾ ਤੇ ਉੱਥੇ ਮੈਨੂੰ ਮੁੰਡੇ ਮਿਲਦੇ, ਮੈਂ ਕਿਹਾ ਤੁਸੀਂ ਬਠਿੰਡੇ ਤੋਂ, ਬਾਂਸਾ ਤੋਂ, ਇੱਥੇ ਬਰਨਾਲੇ ਤੋਂ ਪਟਿਆਲੇ ਆ ਕੇ ਸੰਤੁਸ਼ਟ ਹੋ ਜਾਂਦੇ ਹੋ। ਜ਼ਿੰਦਗੀ ਤਾਂ ਸ਼ੁਰੂ ਹੀ ਇੱਥੋਂ ਹੁੰਦੀ ਜਿੱਥੇ ਤੁਸੀਂ ਆ ਕੇ ਮੁੱਕ ਜਾਂਦੇ ਹੋ। ਵੀ ਇੱਥੇ ਨੌਕਰੀ ਕਰ ਲਈ ਡਿਪਾਰਟਮੈਂਟ 'ਚ, ਜਿਵੇਂ ਉਹ ਧਰਮਜੀਤ ਹੈ, ਇਹ ਉਦੋਂ ਬੈਠਾ ਹੋਇਆ ਸੀ। ਤੇ ਮੈਂ ਕਿਹਾ ਤੂੰ ਇੱਥੇ ਨੌਕਰੀ ਤੈਨੂੰ ਮਿਲ ਜਾਏਗੀ, ਫਿਰ
ਗਰੋਥ ਤਾਂ ਖਤਮ ਹੋ ਗਈ। ਇਹ ਕਿਉਂ ਕਹਿੰਦੇ ਹੋ ਤੁਸੀਂ? ਮਤਲਬ ਗਰੋਥ ਦਾ ਵੱਡੇ ਸ਼ਹਿਰ ਵੱਡੇ ਕੇਂਦਰ ਨਾਲ ਕੀ ਸੰਬੰਧ? ਇਹ ਕਿਉਂ ਕਹਿੰਦੇ ਹੋ ਕਿ ਪਟਿਆਲੇ 'ਚ ਰਹਿ ਕੇ ਜਾਂ ਬੰਦਾ ਮਤਲਬ ਜੈਤੋਂ 'ਚ ਰਹਿ ਕੇ ਬਹੁਤ ਗਿਆਨਵਾਨ ਕਿਉਂ ਨਹੀਂ ਹੋ ਸਕਦਾ? ਉਹਨੂੰ ਮਤਲਬ ਬੰਬੇ ਜਾਣ ਦੀ? ਨਹੀਂ, ਇਹ ਨਹੀਂ ਮੈਂ ਕਹਿੰਦਾ। ਗੱਲ ਇਹ ਹੈ ਕਿ ਦੇਖੋ, ਜਦੋਂ ਤੁਸੀਂ ਘਰ 'ਚੋਂ ਉੱਠ ਕੇ ਸਕੂਲ ਜਾਂਦੇ ਹੋ, ਸਕੂਲ ਤੋਂ ਉੱਠ ਕੇ ਫਿਰ ਤੁਸੀਂ ਕਾਲਜ ਜਾਂਦੇ ਹੋ, ਯੂਨੀਵਰਸਿਟੀ ਆਉਂਦੇ ਹੋ, ਉਹ ਗਤੀ ਹੈ ਨਾ। ਹਾਂਜੀ, ਇੱਕ ਸੁਣ ਲਓ, ਇੱਕ ਮਿੰਟ। ਇਸੇ ਤਰ੍ਹਾਂ ਜਿਹੜੀ ਸ਼ਹਿਰਾਂ ਦੀ ਇੱਕ ਖਾਸ ਤਰ੍ਹਾਂ ਦੀ ਮਟੀਰੀਅਲਿਟੀ ਹੈ, ਪਦਾਰਥਕਤਾ ਹੈ, ਉਹਦੇ ਅੰਤਰਨਾਤੇ ਹੈ, ਉਹਨਾਂ ਦੇ ਅੰਤਰਨਾਤਿਆਂ ਦੀਆਂ ਪੇਚੀਦਗੀਆਂ ਨੇ। ਜਿਉਂ-ਜਿਉਂ ਮੈਂ ਇਹ ਨਹੀਂ ਕਹਿੰਦਾ, ਮੈਂ ਇਹ ਕਹਿਣਾ ਚਾਹੁੰਦਾ ਕਿ ਜਦੋਂ ਵੱਡੇ ਸ਼ਹਿਰ ਜ਼ਰੂਰੀ ਨਹੀਂ, ਸਵਾਲ ਹੈ ਸੁਵਿਧਾਵਾਂ ਕਿੱਥੇ ਨੇ ਗਿਆਨ ਦੀਆਂ। ਤੁਸੀਂ ਕਿਤਾਬ ਪੜ੍ਹਦੇ ਹੋ, ਫਿਰ ਉਸ ਤੋਂ ਬਾਅਦ ਵੱਡੀ, ਫਿਰ ਆਸਤਾ ਤੁਸੀਂ ਗਾਂਹ ਦੀਆਂ ਗਾਂਹ ਕਿਤਾਬਾਂ ਪੜ੍ਹਦੇ ਹੋ। ਇਸੇ ਤਰ੍ਹਾਂ ਹੀ ਜਿਹੜਾ ਤੁਹਾਡਾ ਹਿਊਮਨ ਲੈਵਲ 'ਤੇ ਇੰਟਰੈਕਸ਼ਨ, ਤੁਸੀਂ ਸ਼ਹਿਰ ਨੂੰ ਪਟਿਆਲਾ ਜਾਂ ਬਠਿੰਡਾ ਜਾਂ ਨਿਊਯਾਰਕ ਇੱਦਾਂ ਨਾ ਸਮਝੋ। ਇੱਕ ਗਿਆਨ ਦੀ ਵੀ ਇੱਕ ਖਾਸ ਵਰਲਡ ਓਵਰ ਵਿਸ਼ਵਤਾ ਹੈ। ਉਹ ਇੱਕ ਵਿਸ਼ਵਤਾ ਆਪਸ 'ਚ ਜੁੜੀ ਹੋਈ ਹੈ, ਠੀਕ ਹੈ। ਤੇ ਜੇ ਤੁਸੀਂ ਪਟਿਆਲੇ ਰਹਿੰਦੇ ਹੋ ਤੇ ਤੁਹਾਨੂੰ ਤੁਹਾਡੇ ਇੱਥੇ ਪ੍ਰੋਫੈਸਰਸ ਆਉਂਦੇ ਆ ਵਿਦੇਸ਼ ਤੋਂ, ਭਾਸ਼ਣ ਦਿੰਦੇ ਆ, ਤੁਸੀਂ ਉਹਨਾਂ ਨਾਲ ਇੰਟਰੈਕਸ਼ਨ ਕਰਦੇ ਹੋ, ਉਹਨਾਂ ਦੀ ਕਿਤਾਬਾਂ ਪੜ੍ਹਦੇ ਹੋ, ਵੰਡਰਫੁਲ। ਤਾਂ ਇੱਕ ਸੀਮਾ ਹੁੰਦੀ ਹੈ ਨਾ ਹਰ ਇੱਕ ਜਗ੍ਹਾ ਦੀ। ਪਰ ਇੱਕ ਜਗ੍ਹਾ ਤੇ ਜਾ ਕੇ ਤੁਸੀਂ ਲੋਕਾਂ ਨਾਲ ਤੇ ਕਿਤਾਬਾਂ ਨਾਲ ਇੰਟਰੈਕਟ ਕਰਨਾ ਵੀ ਤਾਂ ਬੰਦ ਕਰਨਾ ਹੁੰਦਾ, ਕਿਉਂਕਿ ਤੁਹਾਡੇ ਸਰੋਤ ਹਮੇਸ਼ਾ ਬਾਹਰ ਨਹੀਂ ਹੁੰਦੇ। ਇੱਕ ਲੈਵਲ ਤੱਕ ਇੰਟਰੈਕਸ਼ਨ ਤੁਹਾਡੇ ਸਰੋਤਾਂ ਨੂੰ, ਜਿਹੜੇ ਤੁਹਾਡੇ ਅੰਦਰ ਨੇ, ਜਾਗਰਤ ਕਰਨ ਦੀ ਕੋਸ਼ਿਸ਼ ਕਰਦੇ, ਪਰ ਅਲਟੀਮੇਟਲੀ ਤਾਂ ਤੁਹਾਡੇ ਅੰਦਰੋਂ ਹੀ ਲਾਈਟ। ਹਾਂ, ਅੰਦਰੋਂ ਹੀ ਲਾਈਟ ਤਾਂ ਇਹ ਸਾਰਾ ਕੁਝ ਨਾਲੋਂ ਨਾਲ ਚੱਲਦਾ ਨਾ। ਬੰਦਾ ਕੋਈ ਸਿੰਗਲ ਡਾਇਮੈਂਸ਼ਨਲ ਤਾਂ ਹੈ ਨਹੀਂ ਹੈ। ਤੁਸੀਂ ਮੈਨੂੰ ਇਹ ਦੱਸੋ, ਇਸ ਸਟੇਜ ਤੇ ਆ ਕੇ ਕੁਝ ਸਿੱਖਣ ਲਈ ਤੁਹਾਨੂੰ ਕਿਸੇ ਕਿਤਾਬ ਜਾਂ ਕਿਸੇ ਬੰਦੇ ਨਾਲ ਇੰਟਰੈਕਸ਼ਨ ਕਰਨ ਦੀ ਲੋੜ ਹੈਗੀ ਹੈ? ਇੱਕ ਤਾਂ ਗੱਲ ਇਹ ਹੈ ਕਿ ਮੈਂ ਬਹੁਤ ਜ਼ਿਆਦਾ ਅਨੁਭਵ ਕਰ ਲਿਆ, ਤੇ ਲੋੜ ਹੈਗੀ। ਲੋੜ ਤਾਂ ਵੈਸੇ ਹਮੇਸ਼ਾ ਬਣੀ ਰਹਿੰਦੀ ਹੈ, ਪਰ ਆਪਣੀ ਵੀ ਬੰਦਾ ਨਾਲ ਸੀਮਾ ਹੁੰਦੀ ਹੈ, ਏਜ ਫੈਕਟਰ ਵੀ ਹੁੰਦਾ। ਹੁਣ ਮੈਂ ਜੇ ਕੋਈ ਫਸਟ ਕੋਲੋਂ ਕਿਤਾਬ 10 ਸਾਲ ਪਹਿਲਾਂ ਪੜ੍ਹਦਾ ਸੀ, ਸ਼ੌਂਕ ਨਾਲ ਖਰੀਦ ਲੈਣਾ, ਥੋੜ੍ਹੀ ਪੜ੍ਹਦਾ। ਕਈ ਚੀਜ਼ਾਂ ਜਿਹੜੀਆਂ ਤੁਸੀਂ ਪੂਰੀ ਤਰ੍ਹਾਂ ਰਿਟੇਨ ਨਹੀਂ ਕਰ ਸਕਦੇ, ਕਈ ਭੁੱਲ ਜਾਂਦੇ ਹੋ, ਠੀਕ ਹੈ। ਤੇ ਕਈ ਚੀਜ਼ਾਂ ਤੁਹਾਡੇ ਅੰਦਰ ਨਾ ਖਾਸ ਤਰ੍ਹਾਂ ਦਾ ਫਿਲਟਰ ਵੀ ਲੱਗਾ ਹੁੰਦਾ, ਤੁਸੀਂ ਉਹੀ ਚੀਜ਼ਾਂ ਗ੍ਰੈਸਪ ਕਰਦੇ ਹੋ ਜਿਹੜੀਆਂ ਤੁਸੀਂ ਸੋਚਦੇ ਹੋ ਵੀ ਇਹ ਤੁਹਾਨੂੰ ਚੰਗੀਆਂ ਲੱਗਦੀਆਂ, ਉਹ ਭੁੱਲਦੀਆਂ ਨਹੀਂ, ਠੀਕ ਹੈ। ਤਾਂ ਹੁਣ ਇੰਨਾ ਮੈਂ ਨਹੀਂ ਕਹਿੰਦਾ ਮੈਂ ਬਹੁਤ ਪੜ੍ਹ ਲਿਆ ਕੀਤਾ, ਪਰ ਮੈਨੂੰ ਲੱਗਦਾ ਹੈ ਕਿ ਮੈਂ ਘੁੰਮਣਾ ਫਿਰਨਾ ਵੀ ਬਸ ਕਰਤਾ। ਤੇ ਗਿਆਨ ਦੇ ਲੈਵਲ 'ਤੇ ਤਾਂ ਬੜਾ ਸਿੰਪਲ ਜਿਹੀਆਂ ਜਾਣਕਾਰੀ ਲੈ ਲਈ, ਜਾਂ ਕੋਈ ਚੀਜ਼ ਮੈਂ ਬੜਾ ਧਿਆਨ ਨਾਲ ਪੜ੍ਹਦਾ ਜਿਹੜੀ ਮੇਰੀ ਦਿਲਚਸਪੀ ਦੀ ਹੋਵੇ ਬਹੁਤ, ਤੇ ਕਾਫੀ ਕੁਛ ਮੇਰੇ ਅੰਦਰ ਅਨੁਭਵ ਕਰਕੇ ਸਮਰੱਥਾ ਪੈਦਾ ਹੋ ਗਈ। ਜਿਹੜਾ ਕਈ ਚੀਜ਼ਾਂ ਮੈਂ ਕਿਤਾਬਾਂ 'ਚ ਪੜ੍ਹਦਾ ਉਹ ਮੈਂ ਆਪ ਹੀ ਸੋਚੀਆਂ ਹੁੰਦੀਆਂ। ਜਾਂ ਮੇਨ ਚੀਜ਼ ਤਾਂ ਹੈਗੀ ਹੈ ਕਿ ਤੁਹਾਡੀ ਐਬਿਲਿਟੀ ਟੂ ਕਨਸੈਪਚੁਅਲਾਈਜ਼, ਮੇਨ ਚੀਜ਼ ਜੇ ਤੁਹਾਡੀ ਐਬਿਲਿਟੀ ਟੂ ਕਨਸੈਪਚੁਅਲਾਈਜ਼ ਹੈਗੀ ਹੈ ਬੜੀ ਸਟਰੋਂਗ, ਜਿਹੜੀ ਕਿ ਮੇਰੇ 'ਚ ਹੈਗੀ, ਤੇ ਜੇ ਤੁਹਾਡੇ ਕੋਲ ਪੁਰਾਣਾ ਪੜ੍ਹਿਆ ਹੋਇਆ ਹੈਗਾ, ਤੇ ਜੇ ਤੁਸੀਂ ਜ਼ਿੰਦਗੀ 'ਚ ਕਾਫੀ ਕੁਛ ਦੇਖਿਆ, ਅਨੁਭਵ ਕੀਤਾ, ਤੇ ਨਾਲੋਂ ਨਾਲ ਥੋੜ੍ਹਾ ਬਹੁਤਾ ਜੋ ਅੱਜ ਕੱਲ੍ਹ ਪ੍ਰਾਪਤ ਹੁੰਦਾ, ਜੇ ਉਹ ਤੁਸੀਂ ਹੋਰ ਤਾਂ ਕੁਛ ਕਰਦਾ ਨਹੀਂ ਬੈਠਾ, ਮੈਂ ਇਹੋ ਹੀ ਖੁਸ਼ੀ ਕਰਦਾ, ਤੇ ਇਹਦੇ ਰਾਹੀਂ ਹੀ ਮੈਂ ਆਪਣੇ ਆਪ ਨੂੰ ਭਰਿਆ ਭਰਾਤਾ ਮਹਿਸੂਸ ਕਰਦਾ। ਜਾਂ ਮੈਂ ਮੈਗਜ਼ੀਨ ਆਪਣਾ ਫਿਲਹਾਲ ਕੱਢਦਾ, ਤਾਂ ਇਹ ਸਾਰਾ ਕੁਛ ਜਿਹੜੀ ਮੇਰੀ ਖੁਰਾਕ ਹੈ, ਉਹ ਮੇਰੀ ਗਜ਼ਾ। ਜਿਵੇਂ ਉਮਰ ਦੇ ਨਾਲ ਤੁਸੀਂ ਘੱਟ ਖਾਂਦੇ ਹੋ, ਇਸੇ ਤਰ੍ਹਾਂ ਹੀ ਬੌਧਿਕ ਗਜ਼ਾ ਵੀ ਘੱਟ ਜਾਂਦੀ ਹੈ, ਤੁਹਾਨੂੰ ਬਹੁਤੀ ਲੋੜ ਨਹੀਂ ਪੈਂਦੀ। ਤੇਰੇ ਸਵਾਲ ਦਾ ਜਵਾਬ ਜੇ ਕਹਿਣਾ ਹੋਵੇ
ਕਿ ਜੇ ਮੈਂ ਪਹਿਲਾਂ 2 ਜਾਂ 2.5 ਰੋਟੀਆਂ ਖਾਂਦਾ ਸੀ, ਹੁਣ ਮੈਂ 1 ਜਾਂ 1.5 ਖਾ ਲੈਂਦਾ ਵੱਧ ਤੋਂ ਵੱਧ। ਸਬਜ਼ੀ ਬਹੁਤ ਘੱਟ ਲੈ ਲੈਂਦਾ। ਖੁਸ਼ਵੰਤ ਸਿੰਘ ਬਾਰੇ ਮਸ਼ਹੂਰ ਸੀਗਾ ਕਿ ਉਹ ਚਿੜੀ ਜਿੰਨਾ ਖਾਂਦਾ, ਠੀਕ ਹੈ ਨਾ। ਤੋ ਇਹ ਚੀਜ਼ ਮੈਨੂੰ ਮੈਂ ਸੋਚਦਾ ਕਿ ਜਿੰਨਾ ਕਿ ਮੋਰਓਵਰ ਦਰਅਸਲ ਇਹ ਹੈ ਨਾ ਕਿ ਮੈਨੂੰ ਪਤਾ ਵੀ ਹਰ ਇੱਕ ਬੰਦਾ ਸੀਮਤ ਆ, ਅਸੀਂ ਸਾਰੇ ਸੀਮਤ ਆ। ਕਹਿੰਦੇ ਨੇ ਵੀ ਕੋਈ ਚੀਜ਼ ਤੁਸੀਂ ਫਰੂਟ ਲਿਆਉਂਦੇ ਹੋ, ਪੈਰਿਸ਼ੇਬਲ ਫਰੂਟ ਹੁੰਦਾ ਹੈ, ਸਬਜ਼ੀ ਪੈਰਿਸ਼ੇਬਲ ਹੈ, ਮਨੁੱਖ ਵੀ ਪੈਰਿਸ਼ੇਬਲ ਹੈ, ਠੀਕ ਹੈ। ਤੇ ਜਦੋਂ ਤੁਹਾਨੂੰ ਪਤਾ ਲੱਗ ਜਾਏ, ਪਤਾ ਕੀ ਹੁੰਦਾ ਹੀ ਹੈ, ਤੁਹਾਡੀ ਅੰਦਰ ਹੀ ਪਤਾ ਹੁੰਦਾ ਵੀ ਪੈਰਿਸ਼ੇਬਲ ਹੈ, ਬੰਦਾ ਹੌਲੇ ਹੌਲੇ ਉਹ ਘਟਾਓ ਵਾਲੇ ਪਾਸੇ ਜਾਂਦਾ। ਜਿਵੇਂ ਸ਼ਾਮ ਹੁੰਦੀ ਹੈ, ਹਨੇਰਾ ਹੋਣਾ ਸ਼ੁਰੂ ਹੋ ਜਾਂਦਾ, ਉੱਦਾਂ ਸਹਿਜ ਹੋ ਇਸ ਗੱਲ ਨਾਲ, ਦਿਲੋਂ ਸਹਿਜ ਹੋ। ਇਹ ਪਲੱਸ ਇਹ ਗੱਲ ਕਿ ਹੋਰ 10 ਸਾਲਾਂ ਨੂੰ ਆਪਣੀ ਜ਼ਿੰਦਗੀ ਕਿਵੇਂ ਦੇਖਦੇ? ਨਹੀਂ, ਮੈਂ ਕਦੀ ਵੀ ਨਹੀਂ ਸੋਚਿਆ। ਇਹ ਤੁਹਾਨੂੰ ਮੈਂ ਇੱਕ ਗੱਲ ਦੱਸਾਂ, ਮੈਨੂੰ ਤਾਂ ਸਾਰਾ ਕੁਛ ਹੀ ਪਤਾ ਨਹੀਂ ਕਿਵੇਂ ਵਾਪਰੀ ਗਿਆ। ਮੈਂ ਤਾਂ ਉਹ ਨਾ ਵੀ ਮਾਰਚ ਹੀ ਕਰੀ ਜਾਂਦਾ ਸਿਪਾਹੀਆਂ ਵਾਂਗ ਨਾ, ਕਿਰਤੀ ਦੀ। ਮੈਂ ਇੱਕ 2 ਤਰ੍ਹਾਂ ਦੇ ਕਿਰਤੀ ਹੈ ਨਾ, ਇੱਕ ਹੱਥਾਂ ਦਾ ਕੰਮ ਕਰਨਾ, ਇੱਕ ਬੌਧਿਕ ਕਿਰਤੀ ਹੁੰਦੇ। ਨੰਬਰ 1, ਸ਼ੁਰੂ 'ਚ ਪਤਾ ਮੈਂ ਤੁਹਾਨੂੰ ਦੱਸਿਆ ਕਿ ਮੇਰੇ 'ਚ ਇੱਕ ਖਾਸ ਗੱਲ ਆ ਜਿਹੜੀ ਕਿ ਕਿਸੇ 'ਚ ਵੀ ਮੈਨੂੰ ਆਲੇ ਦੁਆਲੇ ਘੱਟ ਲੱਗਦੀ ਜਾਂ ਨਹੀਂ ਲੱਗਦੀ। ਉਹ ਇਹ ਹੈ ਕਿ ਨਾ ਤਾਂ ਮੈਨੂੰ ਕੁਛ ਪ੍ਰਾਪਤੀ ਦੀ ਇੱਛਾ ਹੈ, ਕੋਈ ਪ੍ਰਾਪਤੀ ਨਹੀਂ, ਮਤਲਬ ਜਿਹੜੀ ਦੁਨਿਆਵੀ ਤੌਰ 'ਤੇ। ਮੇਰਾ ਜ਼ਿੰਦਗੀ ਦੀ ਮੇਨ ਸਟ੍ਰੀਮ ਨਾਲ ਕੋਈ ਨਾਤਾ ਇੰਨਾ ਨਹੀਂ ਹੈ, ਕਿਉਂਕਿ ਮੈਂ ਉਹਨੂੰ ਰੈਕਗਨਾਈਜ਼ ਹੀ ਨਹੀਂ ਕਰਦਾ। ਉਹ ਮੇਰੀ ਮੇਨ ਸਟ੍ਰੀਮ ਨਹੀਂ ਹੈ। ਉਹ ਉਸ ਇੱਕ ਸਿਸਟਮ ਦੀ ਮੇਨ ਸਟ੍ਰੀਮ ਹੈ ਜਿਸ ਦਾ ਮੇਰੇ ਨਾਲ ਰਾਗ ਨਹੀਂ ਮਿਲਦੀ। ਜਦੋਂ ਮੈਨੂੰ ਇਹ ਪਤਾ ਲੱਗ ਜਾਏ, ਮੈਂ ਕਹਿੰਦਾ ਇਹ ਜੋ ਕੁਛ ਹੈਗਾ, ਇਹ ਫਿਨੋਮਨਾ ਚੱਲਣ ਦਿਓ। ਤੁਸੀਂ ਜਾਂ ਤਾਂ ਇਹਨੂੰ ਚੇਂਜ ਕਰੋ, ਕਰ ਨਹੀਂ ਸਕਦੇ। ਮੈਂ ਕਦੀ ਇਹ ਵੀ ਨਹੀਂ ਸੋਚਿਆ ਵੀ ਕਰ ਸਕਦਾ ਕਿ ਨਹੀਂ। ਮੈਂ ਤਾਂ ਕਿਉਂਕਿ ਕਮੈਂਟ ਕਰ ਸਕਦਾ ਜਿਹੜਾ ਕਿ ਕੋਈ ਕੰਮ ਮੈਂ ਕਰਦਾ। ਮੇਰੇ ਬਾਰੇ ਇਹ ਮਸ਼ਹੂਰ ਹੈ ਨਾ ਵੀ ਇਹ ਕ੍ਰਿਟੀਕਲ ਬਹੁਤ ਹੈ। ਮੈਂ ਕਹਿੰਦਾ ਮੈਂ ਨਾ ਕ੍ਰਿਟੀਕਲ ਹੈ, ਨਾ ਪ੍ਰੇਜ਼ ਕਰਦਾ। ਉਹ ਜਿਹੜਾ ਨਾ ਸ਼ੇਕਸਪੀਅਰ ਦਾ ਇੱਕ ਪਲੇ ਆ ਓਥੈਲੋ, ਉਹਦੇ 'ਚ ਓਥੈਲੋ ਕਹਿੰਦਾ ਆਈ ਸਪੀਕ ਵਾਟ ਆਈ ਸੀ। ਮੈਂ ਚੁੱਕਿ ਮੈਂ ਬੋਲਣਾ ਹੁੰਦਾ ਹੈ ਜਾਂ ਮੈਂ ਲਿਖਣਾ ਹੁੰਦਾ, ਆਈ ਰਾਈਟ ਵਾਟ ਆਈ ਸੀ। ਮੈਂ ਜੋ ਦੇਖਿਆ ਤੇ ਮਹਿਸੂਸ ਕੀਤਾ, ਜਿਵੇਂ ਇਹਨਾਂ ਮੁੰਡਿਆਂ ਜਲਦੀ ਮਰ ਜਾਣਾ ਜਾਂ ਮਹਾਯਾਤਰਾ 'ਚ, ਤੇ ਉਸ ਮਹਾਯਾਤਰਾ ਨੂੰ ਪੜ੍ਹਿਆ ਨਾ ਸਰਵਨ ਸਿੰਘ ਨੇ, ਜਿਹੜਾ ਪ੍ਰੋਜ਼ ਲਿਖਦਾ ਮਸ਼ਹੂਰ। ਤੇ ਉਹਨੇ ਨਾ, ਮੈਨੂੰ ਨਹੀਂ ਪਤਾ, ਉਹਨੇ ਆਰਟੀਕਲ ਲਿਖ ਕੇ ਟ੍ਰਿਬਿਊਨ ਨੂੰ ਭੇਜਤਾ, ਪੰਜਾਬੀ ਟ੍ਰਿਬਿਊਨ 'ਚ ਲਿਖਿਆ ਸਫ਼ਰਨਾਮਿਆਂ ਦਾ ਸਫ਼ਰਨਾਮਾ, ਤੇ ਨਾਲ ਇਹ ਲਿਖਿਆ ਵੀ ਇਹ ਕਿਤਾਬ ਪੰਗੇ ਹੱਥੀ ਹੈ। ਕਹਿੰਦਾ ਹਰ ਬੰਦੇ ਨਾਲ ਪੰਗਾ ਲਿਆ ਹੋਇਆ, ਇਸਨੇ ਆਪਣੇ ਆਪ ਨਾਲ ਵੀ ਲਿਆ ਹੋਇਆ, ਇਹਨੇ ਆਪਣੇ ਆਪ ਨੂੰ ਵੀ ਨਹੀਂ ਬਖਸ਼ਿਆ ਹੈ। ਮੈਂ ਕਿਹਾ ਬਖਸ਼ਣਾ ਕੀ ਹੁੰਦਾ ਭਾਈ? I speak about myself, what I see. I'm not in love with myself, but I don't dislike myself. ਮੈਂ ਤਾਂ ਆਪਣੇ ਆਪ ਦਾ ਜਿਹੜੀ ਪ੍ਰਾਪਤ ਰਿਸੋਰਸਿਸ ਨੇ ਉਹਨਾਂ ਦੇ ਰਾਹੀਂ ਬਣਤਕਾਰ ਆ। ਮੈਂ ਜਿਵੇਂ ਲਿਖਦਾ, ਇੱਕ ਸ਼ਬਦ ਨੂੰ ਮੁਹੱਬਤ ਨਾਲ ਲਿਖਦਾ। ਮੈਂ ਘੜਦਾ ਸ਼ਬਦ, ਮੈਂ ਭਾਸ਼ਾ ਨੂੰ ਘੜਦਾ, ਸ਼ਬਦ ਨਹੀਂ। ਮੈਂ ਇੱਕ ਵਾਰੀ ਉਹ ਕਿਤਾਬ ਲਿਖੀ ਸਾਹਿਤ ਦੇ ਸਿਕੰਦਰ, ਸ਼ੁਰੂ ਦੀ ਗੱਲ ਹੈ, ਮੈਂ ਨਿਊਯਾਰਕ ਗਿਆ। ਉੱਥੇ ਮੈਨੂੰ ਉਹਨਾਂ ਨੇ 8-10 ਬੰਦੇ ਸੀ, ਉੱਥੇ 2-3 ਪ੍ਰੋਫੈਸਰ ਸੀ ਨਿਊਯਾਰਕ ਯੂਨੀਵਰਸਿਟੀ ਦੇ। ਕਹਿੰਦੇ ਨੇ ਇਸ ਕਿਤਾਬ 'ਚ ਖਾਸੀਅਤ ਕੀ ਹੈ? ਮੈਂ ਕਿਹਾ ਜੀ ਪ੍ਰੋਜ਼। ਕਹਿੰਦੇ ਉਸ ਪ੍ਰੋਜ਼ ਦੀ ਖਾਸੀਅਤ ਕੀ ਹੈ? ਮੈਂ ਕਿਹਾ ਗਿਵ ਮੀ 2 sentences ਜਿਹੜੇ ਰਿਪੀਟ ਹੋਏ ਹੋਣ ਇਸ ਕਿਤਾਬ 'ਚ। ਸੈਂਟੈਂਸ once written is never repeated,
in my writing। ਇਹ ਨਹੀਂ ਮੈਂ ਚੇਤਨ ਤੌਰ ਤੇ ਮੈਂ ਲਿਖ ਕਰਦਾ ਹੀ ਨਹੀਂ ਇੰਝ। ਜੋ ਸ਼ਬਦ ਮੈਂ 5-6 ਵਾਰੀ ਪੜ੍ਹ ਲਵਾਂ ਮੈਂ ਨਹੀਂ ਵਰਤਦਾ ਉੱਦਾਂ। ਮੈਂ ਫਿਕਰਾ ਬਦਲ ਦਿਆਂਗਾ, ਮੈਂ ਜੋ ਲਿਖਣਾ ਉਹ ਵੀ ਬਦਲ ਦਿਆਂਗਾ, ਪਰ ਸ਼ਬਦ ਜਿਹੜਾ ਹੈ ਉਹਦੀ ਇੱਕ ਆਪਣੀ ਸ਼ਖਸੀਅਤ ਹੁੰਦੀ ਹੈ। ਉਹਨੂੰ ਆਪਣੇ ਬੱਚੇ ਵਾਂਗ ਜਿਵੇਂ ਤੁਸੀਂ ਸੰਵਾਰਦੇ ਹੋ ਜਾਂ ਪੇਸ਼ ਕਰਦੇ ਹੋ। ਮੇਰੇ ਲਈ ਰਾਈਟਿੰਗ ਪ੍ਰੋਸ ਜਾਂ ਫਿਕਰਾ ਲਿਖਣਾ, ਸ਼ਬਦ ਲਿਖਣਾ ਮੇਰੇ ਲਈ ਇੰਝ ਹੈ ਜਿਵੇਂ ਨਾ ਮਤਲਬ ਖੂਬਸੂਰਤ ਜੀਣਾ ਹੁੰਦਾ ਹੈ। ਇਹ ਵੀ ਨਹੀਂ ਲਿਖਿਆ ਜਾਂਦਾ ਇੱਦਾਂ। ਨਾ ਮੈਂ ਪ੍ਰੋਜ਼ ਰਾਈਟਰ ਬਣਨਾ ਚਾਹੁੰਦਾ ਸੀ, ਨਾ ਮੈਂ ਰਾਈਟਰ ਹੀ ਬਣਨਾ ਚਾਹੁੰਦਾ, ਨਾ ਮੈਂ ਚਾਹੁੰਦਾ ਮੈਂ ਸਾਹਿਤਕਾਰ ਹੋਵਾਂ, ਨਾ ਮੈਨੂੰ ਕੋਈ ਨਾਂ ਦੇਵੇ, ਮੇਰੇ ਤੇ ਕੋਈ ਆਰਟੀਕਲ ਲਿਖੇ, ਮੈਨੂੰ ਕੋਈ ਇਨਾਮ ਮਿਲੇ। ਅੱਜ ਤੋਂ 20 ਸਾਲ ਬਾਅਦ ਪੰਜਾਬ ਨੂੰ ਕਿਹੋ ਜਿਹਾ ਦੇਖਦੇ? ਅੱਜ ਤੋਂ 20 ਸਾਲਾਂ ਬਾਅਦ ਜਾਂ 20 ਸਾਲ ਪਹਿਲਾਂ ਪੰਜਾਬ ਨੂੰ ਮੈਂ ਪਹਿਲਾਂ ਦੇਖੋ ਵੀ 20 ਸਾਲ ਪਹਿਲਾਂ ਪੰਜਾਬ ਕੀ ਸੀ, ਕੋਈ ਬਹੁਤਾ ਫਰਕ ਮਤਲਬ ਉਹ ਪ੍ਰੋਸੈਸ ਹੀ ਚੱਲੀ ਜਾ ਰਿਹਾ ਨਾ। ਪੰਜਾਬ ਨੂੰ ਬਹੁਤਾ ਜ਼ਿਆਦਾ ਬਦਲਣ ਦੇ ਲਈ ਵਕਤ ਚਾਹੀਦਾ ਹੋਰ। ਦੇਖੋ ਹਰ ਚੀਜ਼ ਜਿਹੜੀ ਹੈ ਨਾ ਇਹ ਇੰਨਾ ਨਹੀਂ ਹੈ ਵੀ ਇਹ ਪ੍ਰੋਸੈਸ ਜਿਹੜਾ ਬਰਬਾਦੀ ਦਾ ਜਿਹਨੂੰ ਤੁਸੀਂ ਕਹਿੰਦੇ ਹੋ ਖਾਲੀ ਹੋਣ ਦਾ ਇੰਨੀ ਇਹ ਦਿਸਦਾ ਵੀ ਹੈ, ਪਰ ਇਹਦੀ ਪੰਜਾਬ ਨੂੰ ਕਾਇਮ ਰੱਖਣ ਦੀਆਂ ਬੜਾ ਕੁਝ ਹੋਰ ਵੀ ਹੈ। ਕਦੀ ਵੀ ਨਹੀਂ ਹੁੰਦਾ ਬੰਦਾ ਪੂਰੀ ਤਰ੍ਹਾਂ ਐਵੇਂ ਐਡੀ ਜਲਦੀ ਤੁਰ ਜਾਏ ਜਾਂ ਡਾਊਨ ਹੋ ਜਾਏ। ਮੈਂ ਤਾਂ ਕਹਿੰਦਾ 50 ਸਾਲਾਂ 'ਚ ਵੀ ਕਿਤੇ ਜਾ ਕੇ ਮੇਜਰ ਚੇਂਜ ਆਏਗੀ, ਕਿਉਂਕਿ ਮੈਂ ਦੇਖਿਆ ਨਾ ਪਿਛਲੇ 70 ਸਾਲ ਤੋਂ ਮੈਂ ਪੰਜਾਬ ਬਾਰੇ ਚੇਤਨ ਢੰਗ ਦੇ ਨਾਲ ਦੇਖਿਆ। ਸਾਹਿਤ ਅਕੈਡਮੀ ਜਿਹੜਾ ਹੈ ਮੈਂ ਉੱਥੇ ਜੌਬ ਕਰਦਾ ਸੀ 1958 'ਚ। ਹੁਣ ਤੁਸੀਂ ਦੇਖ ਲਓ ਵੀ 58 ਤੋਂ ਲੈ ਕੇ ਕਿੰਨੇ 63 ਸਾਲ ਹੋ ਗਏ, ਤੇ 63 ਸਾਲਾਂ 'ਚ ਫਰਕ ਤਾਂ ਬਹੁਤ ਪਿਆ। ਪਰ ਮੋਰਓਵਰ ਪੰਜਾਬ ਨੂੰ ਤੁਸੀਂ ਕੱਟ ਆਫ ਨਾ ਕਰੋ ਰੈਸਟ ਆਫ ਦਾ ਵਰਲਡ ਤੋਂ। ਤੁਸੀਂ ਦੇਖੋ ਵੀ ਦੁਨੀਆ ਜਾ ਕਿੱਧਰ ਰਹੀ ਹੈ। ਦੁਨੀਆ ਜਿਹਨੂੰ ਅਸੀਂ ਤੁਸੀਂ ਨਾ ਮਾਰਕਸਵਾਦ ਪੰਜਾਬ ਦੇ ਕਾਮਰੇਡਾਂ ਦੇ ਰੋਲ ਨੂੰ ਧਿਆਨ 'ਚ ਰੱਖ ਕੇ ਮਾਰਕਸਵਾਦ ਨੂੰ ਅਸੀਂ ਨਹੀਂ ਇਗਨੋਰ ਕਰ ਸਕਦੇ। ਮਾਰਕਸਵਾਦ ਵੈਰੀ ਵੈਰੀ ਪੋਟੈਂਟ ਤੁਹਾਨੂੰ ਨਾ ਦਿੰਦਾ, ਬਹੁਤ ਇੱਕ ਯੁਕਤਾਂ ਦਿੰਦਾ ਸਮਝਣ ਦੇ ਲਈ। ਸਭ ਤੋਂ ਬਿਹਤਰ ਜੇ ਕੋਈ ਫਿਲਾਸਫੀ ਹੈ ਅੱਜ ਦੇ ਯੁੱਗ 'ਚ, ਉਹ ਭਾਵੇਂ ਕਾਮਯਾਬ ਹੋਵੇ ਜਾਂ ਨਾ, ਜਿਹੜੀ ਕੈਪੀਟਲਿਜ਼ਮ ਬਾਰੇ ਜਿਹੜੀ ਉਹਦੇ ਨਾਲ ਸੋਸਾਇਟੀ 'ਚ ਜਿਹੜੀ ਡੀਜਨਰੇਸ਼ਨ ਆਉਂਦੀ ਹੈ, ਨਿਗਾਰ ਆਉਂਦਾ, ਉਹ ਉਹਦੇ ਪਿੱਛੇ ਆਰਥਿਕਤਾ ਹੈ, ਆਰਥਿਕ ਸਿਸਟਮ ਵੀ ਹੈ। ਠੀਕ ਹੈ, ਜਦੋਂ ਤੁਸੀਂ ਕਲਚਰ ਨੂੰ ਕੰਟਰੋਲ ਕਰ ਲਿਆ ਨਾ, ਇਲੈਕਟ੍ਰੋਨਿਕਸ ਮੀਡੀਆ ਇਹ ਸਾਰਾ ਕੁਝ ਕੈਪੀਟਲਿਜ਼ਮ ਦੀ ਗਤੀ ਦਾ ਹੀ ਉਹਦੀ ਅਲਾਮਤ ਹੈ ਨਾ। ਜਿਹੜੀ ਦੇਖੋ ਇੱਕ ਤੁਹਾਨੂੰ ਮੈਂ ਦੱਸਦਾ ਕਿ ਪੰਜਾਬੀ ਮੁੰਡੇ ਵੀ ਜਦੋਂ ਬਾਹਰ ਜਾਂਦੇ ਨੇ ਉਹ ਵੀ ਕੈਪੀਟਲਿਜ਼ਮ ਦੀ ਜਿਹੜੀ ਆਰਥਿਕ ਗਤੀ ਹੈ ਉਹਦਾ ਆਤੰਕ ਹੈ, ਇਹ ਕੈਪੀਟਲਿਜ਼ਮ ਦਾ ਆਤੰਕ ਹੈ। ਪੰਜਾਬ ਦੇ ਵਿੱਚ ਵੀ ਜਿਹੜਾ ਕੈਪੀਟਲਿਜ਼ਮ ਦਾ ਆਤੰਕ ਹੀ ਹੈ। ਉਹਦੇ ਨੈਗੇਟਿਵ ਇਹ ਚੀਜ਼ ਨੂੰ ਨਹੀਂ ਭੁੱਲਣ ਦੀ ਲੋੜ ਤੁਹਾਨੂੰ। ਇਹ ਵੱਖਰੀ ਗੱਲ ਆ ਕਿ ਕੈਪੀਟਲਿਜ਼ਮ ਦੇ ਆਤੰਕ ਨੇ ਕਿਸੇ ਨੂੰ ਵੱਧ ਪ੍ਰਭਾਵਿਤ ਕੀਤਾ, ਕਿਸੇ ਨੂੰ ਘੱਟ। ਇਹਨਾਂ ਸਾਰਿਆਂ ਨੂੰ ਕੀਤਾ, ਕਈਆਂ ਨੂੰ ਜਿਹੜੇ ਜਿਹਨਾਂ ਨੂੰ ਧਰਤੀ ਨਾ ਕਿ ਆਪਣੀ ਧਰਤੀ ਤੇ ਬੈਠੇ ਨੂੰ ਪ੍ਰਭਾਵਿਤ ਕੀਤਾ, ਇੱਕ ਉਹਨੇ ਆਪਣੀ ਧਰਤੀ ਤੋਂ ਵੀ ਚੱਕਦਾ, ਧਰਤੀ ਨੇ ਚੱਕਦਾ। ਮੇਨ ਹੁਣ ਅਸੀਂ ਗੱਲ ਤਾਂ ਫਿਰ ਉੱਥੇ ਆ ਗਿਆ ਜਿਹੜੀ ਸਮਾਂ ਤੇ ਸਪੇਸ, ਕਿ ਸਮੇਂ ਦੇ ਵਿੱਚ ਵੀ ਪੀੜ੍ਹੀਆਂ ਦੀਆਂ ਪੀੜ੍ਹੀਆਂ ਖਤਮ ਹੋ ਜਾਂਦੀਆਂ, ਪਰ ਜਿਹੜੀ ਸਪੇਸ ਦੀ ਤਬਦੀਲੀ ਆ ਉਹ ਬੰਦੇ ਨੂੰ ਖਾਸੀ ਤਕਲੀਫ ਦਿੰਦੀ ਹੈ। ਬਿਲਕੁਲ ਦਿੰਦੀ, ਬੰਦੇ ਨੂੰ ਰੂਹਾਨੀ ਤੌਰ ਤੇ ਤਕਲੀਫ ਦਿੰਦੀ ਹੈ, ਉਹ ਰੂਹਾਨੀ ਪੀੜਾ ਹੈ। ਹੁਣ ਦੇਖੋ ਰੂਹਾਨੀ ਪੀੜਾ ਵਾ ਕਹਿੰਦੇ ਨੇ ਕਿ ਜਿਹੜੀ ਰੂਹਾਨੀ ਪੀੜਾ ਹੈ ਨਾ, ਉਹਦੇ ਬਾਵਜੂਦ ਵੀ ਤੁਸੀਂ ਤੁਰੇ ਫਿਰਦੇ ਰਹਿੰਦੇ ਹੋ, ਕਾਇਮ ਰਹਿੰਦੇ ਹੋ। ਹਰ ਇੱਕ ਬੰਦੇ ਨੂੰ ਕਿਤੇ ਨਾ ਕਿਤੇ ਰੂਹਾਨੀ ਪੀੜਾ ਹੋ ਸਕਦੀ ਹੈ। ਉਸੇ ਸੈਂਸ ਆਫ ਅੰਦਰ ਤੁਹਾਡੇ ਅੰਦਰ ਕੋਈ ਗੈਪ ਹੁੰਦਾ ਹੈ। ਮਤਲਬ ਫਿਰ ਇਹ ਸਾਈਕੋ ਐਨਾਲਿਸਿਸ ਦਾ ਇੱਕ ਖੇਤਰ 'ਚ ਅਸੀਂ ਦਾਖਲ ਹੋ ਜਾਂਦੇ ਹਾਂ ਨਾ,
ਕਈ ਬੰਦੇ ਕੋਈ ਜੋ ਕੁਝ ਕੰਮ ਕਰਦੇ ਆ ਅਜਿਹਾ ਕਿ ਤੁਸੀਂ ਹੈਰਾਨ ਰਹਿ ਜਾਂਦੇ ਵੀ ਕਿਉਂ ਕੀਤਾ। ਉਹਨਾਂ ਦੇ ਅੰਦਰ ਇੱਕ ਖਾਸ ਤਰ੍ਹਾਂ ਦਾ ਗੈਪ ਹੁੰਦਾ ਹੈ ਜਿਹੜਾ ਬਚਪਨ 'ਚ ਥੋੜ੍ਹਾ ਟੁੱਟਾਂ ਕਰਕੇ ਅਧੂਰਾਪਨ ਰਿਹਾ ਹੁੰਦਾ, ਵਿਗੋਚੇ ਰਹੇ ਹੁੰਦੇ ਆ। ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਕਿ ਇਹ ਚੀਜ਼ਾਂ ਉਹਨਾਂ ਦੇ ਅੰਦਰ ਦੱਬੀਆਂ ਹੋਈਆਂ ਤੇ ਉਹਦੇ ਕਰਕੇ ਉਹ ਮਤਲਬ ਇਹ ਕਰ ਰਹੇ। ਵੈਸਟਰਨ ਕੰਟਰੀ ਦੇ ਵਿੱਚ ਜਿਹੜਾ ਕਮਿਊਨਿਸਟ ਹੈ ਉਹਦੀ ਮਾਨਸਿਕਤਾ ਹੋਰ ਹੋਏਗੀ ਤੇ ਇੰਡੀਆ ਵਰਗੇ ਪੰਜਾਬ ਵਰਗੇ ਗੁਰਬਤ ਦੀ ਪਿਛੋਕੜ ਤੋਂ ਆਏ ਹੋਏ ਜਿਹੜੇ ਬੰਦੇ ਕਮਿਊਨਿਸਟ ਪਾਰਟੀ 'ਚ ਨੇ ਜਾਂ ਲੈਫਟਿਸਟ ਬਣੇ ਆ ਉਹ ਹੋਰ ਤਰ੍ਹਾਂ ਦੇ ਸੁਭਾਅ ਦੇ ਹੋਣਗੇ। ਤੋ ਵਾਟ ਡਜ਼ ਇਟ ਸ਼ੋ? ਇਹ ਤਾਂ ਇੱਕ ਕਿਸੇ ਵੀ ਬੰਦੇ ਦੀ ਮਾਨਸਿਕਤਾ ਨੂੰ ਤੇ ਉਹਦੀ ਸਮਾਜਿਕਤਾ ਨੂੰ, ਉਹਦੀ ਸੱਭਿਆਚਾਰ ਨੂੰ ਪ੍ਰਭਾਵਿਤ ਕਰਨ ਵਾਲੀ ਉਹਦੀ ਆਰਥਿਕਤਾ ਹੈ। ਪੰਜਾਬੀ ਬੰਦੇ ਦਾ ਵੀ ਵਿਦੇਸ਼ ਜਾਣਾ ਉਹ ਵੀ ਆਰਥਿਕ ਕਾਰਨਾਂ ਕਰਕੇ ਹੀ ਹੈ ਤੇ ਉਹਦੀ ਕਲਚਰ ਦਾ ਫਰਕ ਪੈਦਾ ਹੋ ਜਾਣਾ ਉਹ ਵੀ ਆਰਥਿਕਤਾ ਕਰਕੇ ਹੈ। ਤੇ ਉਸ ਨੂੰ ਅਸੀਂ ਐਡਵਾਂਸਡ ਕੈਪੀਟਲਿਜ਼ਮ ਜਿਹੜੀ ਹੈ ਉੱਥੇ ਉਹ ਜਾਂਦੇ ਹੈ ਉਹਦੇ ਨਾਲ ਉਹ ਟੱਕਰਾ ਨਹੀਂ ਕਰ ਸਕਦੇ। ਉਹ ਇਸੇ ਕਰਕੇ ਫਿਰ ਉਹ ਅਲੱਗ ਥਲੱਗ ਰਹਿੰਦੇ, ਗੁਰਦੁਆਰੇ ਬਣਾਉਂਦੇ ਆ, ਫਿਰ ਉਹ ਰੂੜੀਵਾਦੀ ਬਣ ਜਾਂਦੇ ਆ, ਜ਼ਿਆਦਾ ਧਾਰਮਿਕ ਬਣ ਜਾਂਦੇ ਆ। ਜਿਹੜੇ ਬੰਦੇ ਪੰਜਾਬ ਤੋਂ ਨਹੀਂ ਗਏ, ਹਿੰਦੁਸਤਾਨ ਦੇ ਦੂਜੇ ਹਿੱਸਿਆਂ ਤੋਂ ਗਏ ਹੈ, ਬਾਹਰ ਜਾ ਕੇ ਉਹ ਬਹੁਤ ਧਾਰਮਿਕ ਉਹ ਵੀ ਬਣੇ ਆ। ਠੀਕ ਹੈ, ਇਹ ਜਿਹੜੀ ਆਪਣੀ ਪਾਰਟੀ ਹੈ BJP ਦੀ ਸਪੋਰਟ ਬਾਹਰ ਬਹੁਤ ਹੈ, ਅਮਰੀਕਾ 'ਚ, ਕੈਨੇਡਾ 'ਚ, ਇੰਗਲੈਂਡ 'ਚ ਪੈਸੇ ਵੀ ਸਾਰੀ ਉਹਨਾਂ ਨੂੰ ਫੰਡਿੰਗ ਹੁੰਦੀ ਹੈ, ਉੱਥੇ ਮੰਦਰ ਬਣਦੇ ਆ। ਤੋ ਇਹ ਚੀਜ਼ਾਂ ਜਿਹੜੀਆਂ ਨੇ ਕੈਪੀਟਲਿਸਟ ਸਿਸਟਮ ਕਾਰਨ ਪੈਦਾ ਹੋਇਆ ਖਲਲ ਹੈ। ਹੁਣ ਖਲਲ 'ਚ ਕੀ ਪੈਦਾ ਹੋਏਗਾ? ਪੰਜਾਬ ਬਰਬਾਦ ਹੋ ਰਿਹਾ ਤੇ ਇਹ ਵੀ ਉਸ ਖਲਲ ਦਾ ਇੱਕ ਅੰਗ ਹੈ। ਉਹਦੇ 'ਚੋਂ ਕੀ ਪੈਦਾ ਹੋਏਗਾ?